ਸਮਥਿੰਗ 55 ਦੇ ਕਰੀਬ ਜਵਾਨ ਸ਼ਹੀਦ ਹੋਏ ਸੀ। ਅਫਸਰ ਸਾਹਿਬਾਨ ਅਰਜੇਸ਼ੀਓ ਸਾਹਿਬਾਨ ਵੀ ਸ਼ਹੀਦ ਹੋਏ ਸੀ ਉਹਦੇ ਵਿੱਚ, ਲੇਕਿਨ ਉਹ ਪਹਾੜੀ ਨੂੰ ਅਸੀਂ ਕਾਪੀ ਕੀਤਾ ਔਰ ਉਹਦੇ ਤੇ ਕਬਜ਼ਾ ਕੀਤਾ। ਠੀਕ ਹੈ ਨਹੀਂ, ਜਦੋਂ ਕਿ ਅੱਜ ਇਤਿਹਾਸ ਦੇ ਵਿੱਚ ਗੋਲਡਨ ਅਕਸ਼ਰ। ਬਾਕੀ ਸਾਡੇ ਕਮਾਂਡੈਂਟ ਸਾਹਿਬ SRC ਬ੍ਰਿਗੇਡੀਅਰ ਸ਼੍ਰੀ ਕੁਮਾਰ ਸਾਹਿਬ ਆਏ ਨੇ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਨਡਾਲਾ 'ਚ 7 ਸਿੱਖ ਰੈਜੀਮੈਂਟ OP ਹਿੱਲ ਜੇਤੂ ਦਿਵਸ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਸਾਬਕਾ ਫੌਜੀਆਂ ਹੌਲਦਾਰ ਜੋਗਿੰਦਰ ਸਿੰਘ ਸਾਹੀ ਨਡਾਲਾ ਤੇ ਹੌਲਦਾਰ ਬਲਵਿੰਦਰ ਸਿੰਘ ਵਾਲੀਆ ਦੇ ਉਪਰਾਲੇ ਨਾਲ 7 ਸਿੱਖ ਰੈਜੀਮੈਂਟ ਦਾ OP ਹਿੱਲ ਜੇਤੂ ਦਿਵਸ ਪੂਰੀ ਸ਼ਾਨੋ ਤੇ ਸ਼ੌਕਤ ਤੇ ਧੂਮਧਾਮ ਨਾਲ ਮਨਾਇਆ ਗਿਆ। ਵਾਕਿਆ 2 ਨਵੰਬਰ 1965 ਦੀ ਭਾਰਤ ਪਾਕ ਜੰਗ ਸਮੇਂ ਦਾ ਹੈ, ਜਦੋਂ 7 ਸਿੱਖ ਰੈਜੀਮੈਂਟ ਦੀ ਅਗਵਾਈ ਹੇਠ 4 ਸਿੱਖ ਰੈਜੀਮੈਂਟਾਂ ਨੇ ਜੰਮੂ ਕਸ਼ਮੀਰ ਖੇਤਰ ਵਿੱਚ ਮੈਂਗੜ ਦੇ ਸਥਾਨ ਤੇ ਕਮਾਂਡੈਂਟ ਅਫਸਰ ਕਰਨਲ ਭਗਤ ਸਿੰਘ ਦੀ ਅਗਵਾਈ ਹੇਠ OP ਹਿੱਲ ਪਹਾੜੀ ਤੇ ਕਬਜ਼ਾ ਕਰਕੇ ਦੁਸ਼ਮਣਾਂ ਨੂੰ ਖਦੇੜਿਆ ਸੀ। ਇਸ ਮੌਕੇ ਬ੍ਰਿਗੇਡੀਅਰ M ਸ਼੍ਰੀ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਜਿੱਥੇ ਉਸ ਸਮੇਂ 7 ਸਿੱਖ ਰੈਜੀਮੈਂਟ ਦੇ ਜਵਾਨਾਂ ਵੱਲੋਂ ਦੇਸ਼ ਦੀ ਜਿੱਤ ਲਈ ਨਿਭਾਈ ਸ਼ਾਨਦਾਰ ਭੂਮਿਕਾ ਅਤੇ ਸ਼ਲਾਘਾ ਕੀਤੀ, ਉੱਥੇ ਰੈਜੀਮੈਂਟ ਨਾਲ ਸੰਬੰਧਿਤ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਸੇ ਵੀ ਮੁਸ਼ਕਲ ਲਈ ਉਹਨਾਂ ਨਾਲ ਸੰਪਰਕ ਕਰਨ, ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਰਨਲ ਰਵੇਲ ਸਿੰਘ, ਕੈਪਟਨ ਹਰਦੀਪ ਸਿੰਘ ਨੇ ਰੈਜੀਮੈਂਟ ਦੀ ਜੰਗ ਸਮੇਂ ਨਿਭਾਈ ਸ਼ਾਨਦਾਰ ਭੂਮਿਕਾ ਤੇ ਫਖਰ ਮਹਿਸੂਸ ਕਰਦਿਆਂ ਆਖਿਆ ਕਿ ਇਸ ਜੰਗ ਵਿੱਚ 7 ਸਿੱਖ ਚਾਈਨਾ ਰੈਜੀਮੈਂਟ ਦੇ 21 ਜਵਾਨ ਤੇ ਕੁੱਲ 60 ਜਵਾਨਾਂ ਨੇ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦੀਆਂ ਦਿੱਤੀਆਂ ਸਨ। ਇਸ ਮੌਕੇ ਕਰਨਲ R ਮਲਿਕ, ਕਰਨਲ ਵਿਨੋਦ ਕੁਮਾਰ, ਕਰਨਲ ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਸ ਸਮੇਂ ਜੰਗ ਵਿੱਚ ਭਾਗ ਲੈਣ ਵਾਲੇ ਸਾਰੇ ਸਾਬਕਾ ਫੌਜੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਥੇ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਮੰਚ ਦੀ ਸੇਵਾ ਹੌਲਦਾਰ ਬਲਵਿੰਦਰ ਸਿੰਘ ਵਾਲੀਆ ਨੇ ਨਿਭਾਈ। ਇਸ ਮੌਕੇ ਆਏ ਸਾਰੇ ਸਾਬਕਾ ਫੌਜੀਆਂ ਦੀ ਪੂਰੀ ਆਓ ਭਗਤ ਕੀਤੀ ਗਈ। ਸਵੇਰ ਦੀ ਚਾਹ ਤੇ ਦੁਪਹਿਰ ਦਾ ਖਾਣਾ ਦਿੱਤਾ ਗਿਆ। ਇਸ ਮੌਕੇ ਹੌਲਦਾਰ ਗੱਜਣ ਸਿੰਘ ਮੰਡਗੁੱਲਾ, ਹੌਲਦਾਰ ਬਲਵੰਤ ਸਿੰਘ MT, ਹੌਲਦਾਰ ਬਲਵੰਤ ਸਿੰਘ ਬਾਕਸਰ, ਹੌਲਦਾਰ ਰਣਜੀਤ ਸਿੰਘ RP CHM, ਹੌਲਦਾਰ ਜਸਵੰਤ ਸਿੰਘ ਵਲੁਕ, ਹੌਲਦਾਰ ਬਲਵੰਤ ਸਿੰਘ, ਹੌਲਦਾਰ ਅਵਤਾਰ ਸਿੰਘ ਟ੍ਰੇਨਿੰਗ MC, ਹੌਲਦਾਰ ਸੁਰਿੰਦਰ ਸਿੰਘ ਜੱਲਾਦ, ਹੌਲਦਾਰ ਸਤਨਾਮ ਸਿੰਘ, ਸਿਪਾਹੀ ਜਗੀਰ ਸਿੰਘ, ਸਿਪਾਹੀ ਸੁਲੱਖਣ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਹੌਲਦਾਰ ਸਤਨਾਮ ਸਿੰਘ ਅਤੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਿੱਖ ਰੈਜੀਮੈਂਟਾਂ ਨਾਲ ਸੰਬੰਧਿਤ ਸਾਬਕਾ ਫੌਜੀ ਹਾਜ਼ਰ ਸਨ। अच्छा, मैं ब्रिगेडियर श्री कुमार हूँ, मैं सिख रेजिमेंटल सेंटर का कमांडेंट है। तो आज का ये जो इवेंट है ये हम इसलिए मनाए जा रहे हैं, ये 1965 में जो इंडिया पाक लड़ाई हुई थी उसमें एक OP हिल का एक फ़ीचर जो है वो उस समय पलटन को टास्क मिला था उसको कैप्चर करने का। तो वो उस अटैक के दौरान 2-3 नवंबर 1965 उस अटैक के दौरान पूरे 3 पलटने थे उसमें, और हमारी जो पलटन जो 7 सिख है उन्होंने उस फीचर को हमला कर उसको कैप्चर कर लिया। तो उसी सक्सेस को मानने के लिए बटालियन को यानी 7 सिख को OP हिल का बैटल ऑनर से सम्मानित किया गया था। तो उस इवेंट को मानने के लिए और उसको सेलिब्रेट करने के लिए आज हम लोग यहाँ पे हाजिर है, और इसमें काफ़ी तकरीबन 25 से 30 अफसर और जवान जिन्होंने JCOs जिन्होंने उस लड़ाई में हिस्सा लिया था वो भी आज हमारे साथ यहाँ पे हाजिर है। और ये हमारे लिए बहुत ही खुशी की बात है कि वो लोग आज यहाँ पे आ पाए और हमारे साथ ये जो सेलिब्रेशन में भाग ले पाए। और उसी में हमारा जो वेटरन है कर्नल रवेल सिंह, जो उस समय एक लेफ्टिनेंट थे और पलटन के साथ उस लड़ाई में भाग लिया है, वो भी हमारे साथ आज हाजिर है। सर, एक वन पेंशन रैंक की मांग है जो सेंट्रल गवर्नमेंट से बहुत देर से मांग है, वो मांग अब जब तक सेंट्रल गवर्नमेंट प्रमाणिक नहीं देना जा रही, उसके बारे में आप क्या कहना चाहते हैं? उसके बारे में मैं तो अभी कुछ कह नहीं सकता हूँ, क्योंकि ये मेरे परव्यू के बाहर है। ठीक है, तो जो गवर्नमेंट डिसीजन जो है वो मेरे हाथ में नहीं है, वो मेरे परव्यू से बाहर है। तो इसके बारे में गवर्नमेंट से क्या अपील करना चाहते हैं इस रैंक पेंशन के लिए? नहीं, इसमें तो मैं ये ऐसी चीज़ नहीं बोल सकता हूँ यहाँ भी, क्योंकि ये मेरे परव्यू के बाहर है और ये मेरे इसमें नहीं है। नाम मैं कर्नल रवेल सिंह, उस वक्त लेफ्टिनेंट रवेल सिंह, जिन्हें उस वक्त इन्फेंट्री मॉडल्स के 3 पलटन के कमांड की इस लड़ाई में। ये एक बड़ा अजीब जिहा सिचुएशन हो गई सी उस वक्त, क्योंकि वो पाकिस्तानियों ने आके साडा इलाका लैके बैठे जी, किसी ने रिपोर्ट नहीं सी की।
ਤੇ ਜਦੋਂ ਸੀਜ਼ਫਾਇਰ ਹੋਈ ਤਾਂ ਪਤਾ ਲੱਗਾ ਕਿ ਉਹ ਆ ਕੇ ਬੈਠੇ ਹੋਏ ਨੇ। ਸਾਡੀ ਇੱਕ ਪਲਟਨ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਦੀ ਗਲਤੀ ਨਹੀਂ। ਫਿਰ ਇੱਕ ਕਿਸਮ ਦੀ ਇੱਜ਼ਤ ਦਾ ਸਵਾਲ ਬਣ ਗਿਆ ਕਿ ਇਹਨੂੰ ਵਾਪਸ ਲੈਣਾ। ਤਾਂ ਫਿਰ 3 ਪਲਟਨਾਂ ਸਪੈਸ਼ਲੀ ਸਿਲੈਕਟ ਹੋਈਆਂ, ਉਹਨਾਂ 'ਚੋਂ 5 ਸਿੱਖ ਲਾਈ ਸੀਗੀ, 2 ਡੋਗਰਾ ਸੀ ਔਰ ਇੱਕ ਸਾਡੀ ਪਲਟਨ ਸੀ 7 ਸੀ। ਉਹਦੇ ਵਿੱਚ ਅਸੀਂ ਜਾ ਕੇ ਫਿਰ ਤੇ ਹਮਲਾ ਕਰਕੇ ਤੇ ਅਸੀਂ ਉਹ ਚੀਜ਼ ਉਹਨਾਂ ਤੋਂ ਆਪਣੀ ਜ਼ਮੀਨ ਜਿਹੜੀ ਸੀ ਅਸੀਂ ਵਾਪਸ ਲਈ। ਇਹ ਬੜੀ ਘਮਸਾਨ ਦੀ ਲੜਾਈ ਹੋਈ ਸੀ, ਜਿਹਦੇ ਵਿੱਚ ਤਕਰੀਬਨ ਸ਼ਾਮ ਦੇ 8:30 ਤੋਂ ਲੈ ਕੇ ਸਵੇਰੇ 4 ਵਜੇ ਤੱਕ ਸਾਰੀਆਂ ਪਲਟਨਾਂ ਦੀਆਂ ਕੈਜੁਅਲਟੀਆਂ ਮਿਲਾ ਕੇ 400 ਬੰਦਾ ਮਰਿਆ ਸੀ। ਔਰ ਬੜੀ ਮੁਸ਼ਕਲ ਹੈ ਉਹਨੇ ਉਸ ਕੁਰਬਾਨੀ ਨੂੰ ਵਾਪਸ ਕਰਨਾ, ਔਰ ਪਰ ਅਸੀਂ ਇਹ ਕਾਮਯਾਬੀ ਹਾਸਲ ਕਰ ਲਈ। ਸਰ ਕਿਸ ਪੁਆਇੰਟ ਤੇ ਦੱਸ ਸਕਦੇ ਕਿਸ ਪੁਆਇੰਟ ਤੇ ਲੜਾਈ ਹੋਈ? ਔਰ ਇਹ ਹੈਗਾ ਮੇਂਦੜ ਸੈਕਟਰ ਹੈ। ਮੇਂਦੜ ਇੱਕ ਜਗ੍ਹਾ ਹੈਗੀ ਆ, ਮੇਂਦੜ ਦੇ ਬਰਲੋਈ ਦੇ ਵਿੱਚ ਖੱਬੇ ਪਾਸੇ, ਜਦੋਂ ਉਧਰ ਨੂੰ ਬਰਲੋਈ ਨੂੰ ਜਾਈਏ, ਖੱਬੇ ਪਾਸੇ ਇੱਕ ਫੀਚਰ ਹੈ, ਬਹੁਤ ਮੈਸਿਵ ਫੀਚਰ ਹੈ। रजौरी से पुंछ ਰਾਜਸਥਾਨ ਬਾਰਡਰ ਤੇ ਹਾਂਜੀ ਰਾਜਸਥਾਨ ਬਾਰਡਰ ਨਹੀਂ, ਇਹ ਹੈਗਾ ਕਸ਼ਮੀਰ। कश्मीर तो ਉਹਦੇ ਨਾਲ ਪਰਲੇ ਪਾਸੇ ਕੋਟਲੀ ਲੱਗਦੀ ਹੈ, ਜੋ ਪੁੰਛ ਜਿਹੜੇ ਹੈਗੀ ਸੀ ਜਗੀਰ, ਉਹਦੀ ਇੱਕ ਛੋਟੀ ਜਿਹੀ ਸਬ ਜਗੀਰ ਜਿਹਨੂੰ ਕਹਿ ਸਕਦੇ, ਉੱਥੇ ਹੁੰਦੀ ਸੀ। ਉਹ ਹੁਣ ਅੱਜ ਕੱਲ੍ਹ ਪਾਕਿਸਤਾਨ ਦੇ ਕੋਲ 47 ਤੋਂ ਜਿਨ੍ਹਾਂ ਬਾਅਦ। ਨੂੰ ਅੱਜ ਸਨਮਾਨਿਤ ਕੀਤਾ ਕਿ ਇਹਨਾਂ ਨੇ ਉਸ ਵਿੱਚ ਭਾਗ ਲਿਆ ਸੀ ਉਸ ਜੰਗ ਹਾਂਜੀ ਹਾਂਜੀ, ਇਹ ਸਾਰੇ ਦੇ ਸਾਰੇ ਜਿਹੜੇ ਅਸੀਂ ਉਹਨਾਂ 'ਚੋਂ ਕੁਝ ਬਚੇ ਹੋਏ ਆ, ਬਾਕੀ ਇਸ ਮਿਸ਼ਨ ਦੇ ਮੋਹਰੀ ਕੌਣ ਸਨ? ਇਸ ਮਿਸ਼ਨ ਦੇ ਮੋਹਰੀ ਸਾਡੇ ਉਹ ਰਹੇ ਨਹੀਂ ਹੋ। ਕਰਨਲ ਭਗਤ ਸਿੰਘ ਸਾਹਿਬ ਸਨ ਤੇ ਉਹ ਨਹੀਂ ਰਹੇ, ਤੇ ਜਨਰਲ ਹਰਬਖਸ਼ ਸਿੰਘ ਸਾਹਿਬ ਸਨ, ਉਹ ਵੀ ਨਹੀਂ ਰਹੇ। तो ਹੋਰ ਵੀ ਕਟੋਚ ਸਾਹਿਬ ਸੀਗੇ, ਉਹ ਵੀ ਨਹੀਂ ਰਹੇ। तो ਉਹਨਾਂ ਤੋਂ ਜੋ ਬਚੇ ਹੋਏ ਉਹ ਅਸੀਂ ਹੈਗੇ। ਹਾਂਜੀ, ਥੈਂਕ ਯੂ। ਬਹੁਤ ਮਿਹਰਬਾਨੀ। हाँ जी अगले मैं हाँ जी साहब मैं कैप्टन हरदीप सिंह 7 सिख एक्स, और मेरे नाल तमाम जोगिंदर साहब, रਣਜੀਤ ਸਿੰਘ साहब, बलवंत सिंह साहब, बलवंत 2 बॉक्सर और ਗੱਜਣ ਸਿੰਘ ਸਾਹਿਬ। ਮੈਂ ਜਿਨ੍ਹਾਂ ਬੰਦਿਆਂ ਨੇ ਇਹਨਾਂ ਨੇ ਸਾਰਾ ਇੱਥੇ ਪ੍ਰੋਗਰਾਮ ਆਰੰਭਿਆ, ਮੈਂ ਇਹਨਾਂ ਦਾ ਬਹੁਤ ਬਹੁਤ ਦਿਲ ਤੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਬਾਕੀ ਸਾਡੇ ਕਮਾਂਡੈਂਟ ਸਾਹਿਬ SRC ਬ੍ਰਿਗੇਡੀਅਰ ਸ੍ਰੀ ਕੁਮਾਰ ਸਾਹਿਬ ਆਏ ਨੇ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਬਾਕੀ 65 ਦੀ ਲੜਾਈ ਦੇ ਤਕਰੀਬਨ ਅਫਸਰ JCO ਔਰ OR ਮਿਲਾ ਕੇ ਤਕਰੀਬਨ ਸਾਡੇ ਕੋਲ 35 ਬੰਦੇ ਪਹੁੰਚੇ ਆ ਜੀ, ਜਿਨ੍ਹਾਂ ਨੇ 65 ਦੀ ਲੜਾਈ ਵਿੱਚ ਹਿੱਸਾ ਲਿਆ ਸੀਗਾ ਔਰ ਉਹਨਾਂ ਨੇ ਬਹੁਤ ਬਹਾਦਰੀ ਨਾਲ ਕੰਮ ਕੀਤਾ ਸੀਗਾ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਦਿਨ ਆ ਜਿਹੜਾ ਅੱਜ ਸ਼ਹੀਦਾਂ ਨੂੰ ਯਾਦ ਕੀਤਾ, ਇਹਨਾਂ ਵਾਸਤੇ ਮੌਨ ਵੀ 2 ਮਿੰਟ ਰੱਖਿਆ ਗਿਆ। ਔਰ ਜਿਨ੍ਹਾਂ ਭਰਾਵਾਂ ਨੇ, ਮੇਰੇ ਵੀਰਾਂ ਨੇ, ਜਿਹੜੇ ਮੇਰੇ ਨਾਲ ਇਹ ਸ਼ਖਸੀਅਤਾਂ ਖੜੀਆਂ ਨੇ, ਇਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਕੀਤਾ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਹਿਣਾ। ਔਰ ਨਾਲ ਜਿੰਨੀ ਵੀ ਜਨਤਾ ਆਈ ਆ, ਸਾਡੇ ਦੂਰ ਦੂਰ ਤੋਂ ਮੇਰੇ ਵੀਰ ਆਏ ਨੇ, ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨ ਸਿੰਘ ਐਂਟੀ ਟੈਂਕ ਪਲਾਟੂਨ 7 ਸਿੱਖ ਬਟਾਲੀਅਨ ਚਨਾਰ ਦਾ ਇੱਕ ਨੁਮਾਇੰਦਾ। ਮੈਂ 7 ਸਿੱਖ ਬਟਾਲੀਅਨ, ਬਹਾਦਰ ਬਟਾਲੀਅਨ, ਚਨਾਰ ਬਟਾਲੀਅਨ ਦੇ ਐਂਟੀ ਟੈਂਕ ਪਲਾਟੂਨ ਔਰ ਸਾਡੇ ਐਂਟੀ ਟੈਂਕ ਪਲਾਟੂਨ ਦੇ ਜੁਝਾਰੂ ਹੌਲਦਾਰ, ਜਿਨ੍ਹਾਂ ਨੇ ਇਸ ਕੰਮ ਨੂੰ ਆਪਣੇ ਹੱਥ 'ਚ ਲਿਆ ਹੈ ਔਰ ਸਿਰੇ ਚੜਾਇਆ ਹੈ, ਮੈਂ ਇਹਨਾਂ ਸਾਰਿਆਂ ਵੱਲੋਂ 7 ਸਿੱਖ ਬਟਾਲੀਅਨ ਚਨਾਰ ਦੇ ਜਨੇ ਬਹਾਦਰ ਅਫਸਰ ਸਾਹਿਬਾਨ, JCO ਸਾਹਿਬਾਨ ਔਰ ਜਨੇ ਬਹਾਦਰ ਜਵਾਨ ਨੇ, ਉਹਨਾਂ ਸਾਰਿਆਂ ਦਾ ਵੈਲਕਮ ਕਰਦਾ ਹਾਂ, ਜੀ ਆਇਆਂ ਕਰਦਾ ਹਾਂ। ਮੈਂ ਆਈ ਪ੍ਰੇ ਟੂ ਗੋਡ ਮੇ ਹੀ ਯੂ ਲਿਵ ਲੌਂਗ ਲਾਈਫ। ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਸ ਪਲਟਨ ਦਾ ਨਾਂ ਉਹਨਾਂ ਨੇ ਸੁਨਹਿਰੀ ਅਕਸ਼ਰਾਂ ਦੇ ਵਿੱਚ ਲਿਖਾ ਦਿੱਤਾ ਹੈ 65 ਦੀ ਲੜਾਈ OP ਹਿੱਲ ਦੇ ਅੰਦਰ, ਜਿਹੜਾ ਕਿਸੇ ਪਲਟਨ ਨੇ ਨਹੀਂ ਸੀ ਕਰਕੇ ਦਿਖਾਇਆ। ਇਹ ਸਪੈਸ਼ਲ ਤੌਰ ਤੇ 7 ਸਿੱਖ ਬਟਾਲੀਅਨ ਨੂੰ ਟਾਸਕ ਦਿੱਤਾ ਗਿਆ ਸੀ ਸੀਜ਼ਫਾਇਰ ਹੋਣ ਤੋਂ ਬਾਅਦ ਦੇ ਵਿੱਚ, ਔਰ 7 ਸਿੱਖ ਬਟਾਲੀਅਨ ਨੇ OP ਹਿੱਲ ਦੇ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਸਾਡੇ ਸਵਰਗਵਾਸੀ ਕਰਨਲ ਭਗਤ ਸਿੰਘ ਦੀ ਅਗਵਾਈ ਦੇ ਹੇਠ ਥੱਲੇ ਉਹਨਾਂ ਨੇ ਸਾਰਾ ਦਰਬਾਰ ਬੁਲਾਇਆ ਪਲਟਨ ਦਾ, ਔਰ ਉਹਨਾਂ ਨੇ ਇਹ ਗੱਲ ਕਹੀ ਵਾਈ ਸਿੱਖ ਪਲਟਨ ਦੇ ਹੋਣ ਨਾਤੇ, ਗੁਰੂ ਗੋਬਿੰਦ ਸਿੰਘ ਦੇ ਉਹਨਾਂ ਦੇ ਔਲਾਦ ਦੇ ਹੋਣ ਦੇ ਨਾਤੇ, ਭਾਈ ਇਹ ਤੁਹਾਡਾ ਫਰਜ਼ ਹੈ ਕਿ ਮੈਂ ਇਸ ਤੋਂ ਬਾਅਦ ਰਿਟਾਇਰ ਹੋ ਜਾਣਾ ਹੈ, ਤੁਸੀਂ ਮੈਨੂੰ ਹਾਰਿਆ ਕਰਨਲ ਭੇਜਣਾ ਚਾਹੁੰਦੇ ਹੋ ਜਾਂ
ਜਿੱਤਿਆ ਕਰਨਲ ਭੇਜਣਾ ਚਾਹੁੰਦੇ ਹੋ। ਮੇਰੇ ਸਿਰ ਤੇ ਪੱਗ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਹੋ, ਇਸ ਨੂੰ ਤੁਸੀਂ ਇੱਜ਼ਤ ਰੱਖਣਾ ਤੁਹਾਡੇ ਹੱਥ ਦੇ ਵਿੱਚ ਹੈ। ਇਹਦੇ ਨਾਲ ਹੀ ਜਕਾਰੇ ਛੱਡਣੇ ਸ਼ੁਰੂ ਹੋ ਗਏ ਪਲਟਨ ਦੇ, ਔਰ ਪਲਟਨ ਨੇ ਚੜ੍ਹਾਈ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਕਈ ਬਹਾਦਰ ਅਫਸਰ ਸਾਹਿਬਾਨ, ਜੇਸੀਓ ਸਾਹਿਬਾਨ ਔਰ ਵੀਰ ਬਹਾਦਰ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਉਹਨਾਂ ਦੀ ਸਦਕਾ ਅਸੀਂ 56ਵਾਂ ਜਿਹੜਾ ਓਪੀ ਹਿਲ ਡੇ ਅੱਜ ਮਨਾ ਰਹੇ ਹਾਂ। ਸਾਡੇ ਵਾਸਤੇ ਬੜੀ ਇਹ ਗਰਵ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ। ਅਸੀਂ ਛਾਤੀ ਚੌੜੀ ਕਰਕੇ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸਾਰੇ ਵਾਹਿਗੁਰੂ ਸੱਚੇ ਪਾਤਸ਼ਾਹ ਜਿੱਥੇ ਵੀ ਸਵਰਗਾਂ ਦੇ ਵਿੱਚ ਬਿਲਕੁਲ ਚੜ੍ਹਦੀ ਕਲਾ 'ਚ, ਔਰ ਉਹ ਵੀ ਅੱਜ ਸਾਨੂੰ ਇਸ ਇਕੱਠ ਨੂੰ ਵੇਖ ਕੇ ਖੁਸ਼ ਹੋ ਰਹੇ ਹੋਣਗੇ ਕਿ ਦੇਖੋ ਪਾਕਿਸਤਾਨ ਤੇ ਆਪਾਂ ਹਾਂਜੀ, ਜਿੱਤ ਤੁਹਾਡਾ ਇਸ ਮਿਸ਼ਨ ਵਿੱਚ ਕੀ ਰੋਲ ਸੀਗਾ? ਪਾਕਿਸਤਾਨ ਦੀ ਜਿੱਤ ਦੇ ਵਿੱਚ ਉਹ ਜਿਹੜੀ ਓਪੀ ਹਿੱਲ ਸੀ ਉਹ ਐਸੀ ਪਹਾੜੀ ਸੀ। ਮੈਂ ਉਸ ਤੋਂ ਬਾਅਦ ਦੇ ਵਿੱਚ ਰਿਕਰੂਟਮੈਂਟ ਹੋਇਆ ਜੀ, ਠੀਕ ਹੈ ਨਹੀਂ, ਮੈਂ ਉਸ ਤੋਂ ਬਾਅਦ 'ਚ ਆਇਆ, ਲੇਕਿਨ ਮੈਨੂੰ ਉਹਦੀ ਹਿਸਟਰੀ ਦਾ ਪਤਾ ਹੈ। ਜਿਹੜੇ ਸਾਡੇ ਪੈਨਸ਼ਨ ਗਏ ਨੇ ਉਹਨਾਂ ਦੇ ਮੈਂ ਕੰਨੀ ਉਹਨਾਂ ਦੇ ਜ਼ਬਾਨੀ ਹੈ ਸਾਰੇ ਹਾਲਾਤ ਸੁਣੇ ਨੇ। ਉਹ ਪਹਾੜੀ ਇੰਨੀ ਸੀ ਸੀਜ਼ਫਾਇਰ ਤੋਂ ਬਾਅਦ ਕਿ ਪੂਰੇ ਪੁੰਛ ਸੈਕਟਰ ਨੂੰ ਡੋਮੀਨੇਟ ਕਰਦੀ ਸੀ, ਉਹਨੂੰ ਲੈਣਾ ਬਹੁਤ ਹੀ ਜ਼ਰੂਰੀ ਸੀ। ਉੱਥੇ 2-3 ਪਲਟਾਂ ਪੈਣ ਸਕਸੈਸਫੁਲ ਨਹੀਂ ਹੋਈਆਂ। ਉਸ ਤੋਂ ਬਾਅਦ ਹੀ ਵਲੰਟੀਅਰ ਹੋ ਕੇ 7 ਸਿੱਖ ਨੂੰ ਇਹ ਟਾਸਕ ਦਿੱਤਾ ਗਿਆ, ਔਰ 7 ਸਿੱਖ ਨੇ ਇੱਕ ਕਾਰਨਾਮਾ ਕਰ ਦਿਖਾਇਆ, ਸ਼ਹੀਦੀਆਂ ਪ੍ਰਾਪਤ ਕੀਤੀਆਂ ਕਿ ਦੇਸ਼ ਸੇਵਾ ਪਰ ਮੋਹ ਹੈ, ਸ਼ੁਭ ਕਰਮਨ ਸੇ ਕਬੂ ਨਾ ਡਰੂ, ਨਾਰ ਨੂੰ ਜਬ ਜਾਏ ਰਹਿਣੂ, ਨਿਸ਼ਚੈ ਕਰ ਆਪਣੀ ਜਿੱਤ ਕਰੂੰ। ਸ਼ਹੀਦ ਹੋਏ ਸੀਗੇ ਉੱਥੇ ਤਕਰੀਬਨ 55 ਦੇ ਕਰੀਬ ਜਵਾਨ ਸ਼ਹੀਦ ਹੋਏ ਸੀ। ਅਫਸਰ ਸਾਹਿਬਾਨ ਔਰ ਜੇਸੀਓ ਸਾਹਿਬਾਨ ਵੀ ਸ਼ਹੀਦ ਹੋਏ ਸੀ ਉਹਦੇ ਵਿੱਚ, ਲੇਕਿਨ ਉਹ ਪਹਾੜੀ ਨੂੰ ਅਸੀਂ ਆਕੂਪਾਈ ਕੀਤਾ ਔਰ ਉਹਦੇ 'ਤੇ ਕਬਜ਼ਾ ਕੀਤਾ, ਠੀਕ ਹੈ ਨਹੀਂ, ਜਿਹਦਾ ਕਿ ਅੱਜ ਇਤਿਹਾਸ ਦੇ ਵਿੱਚ ਗੋਲਡਨ ਅਕਸ਼ਰਾਂ ਦੇ ਵਿੱਚ ਸੁਨਹਿਰੀ ਅਕਸ਼ਰਾਂ 'ਚ ਨਾਂ ਲਿਖਿਆ ਗਿਆ ਹੈ। ਬਾਕੀ ਮੈਂ ਫਿਰ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਲਟਨ ਨੂੰ ਚੜ੍ਹਦੀ ਕਲਾ 'ਚ ਰੱਖੇ, ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ, ਔਰ ਇਸੇ ਤਰ੍ਹਾਂ ਪਲਟਨ ਆਪਣਾ ਨਾਂ ਜਿਹੜੇ ਉਹ ਰੋਸ਼ਨ ਕਰਦੀ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ